ਜਮਾਤ ਤੀਜੀ ਅਧਿਆਇ 1 ਸੰਖਿਆਵਾਂ। ਹਰੇਕ ਪ੍ਰਸ਼ਨ ਦੇ 4 ਉੱਤਰ ਦਿੱਤੇ ਗਏ ਹਨ। ਠੀਕ ਉੱਤਰ ਉੱਤੇ ਸਹੀ ਦਾ ਨਿਸ਼ਾਨ ਲਗਾਓ। ਪ੍ਰਸ਼ਨ 1 ਸੰਖਿਆ ਦੱਸੋ। ਗਿਣਤਾਰੇ ਉੱਤੇ ਦਰਸਾਏ ਅਨੁਸਾਰ ਸਾਡੇ ਕੋਲ ਇਕਾਈ ਦੇ ਸਥਾਨ ਉੱਤੇ ਇੱਕ ਮੋਤੀ ਹੈ, ਜਿਸ ਤੋਂ ਭਾਵ 1 ਨੂੰ ਅਸੀਂ 1 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਸੰਖਿਆ 1 ਆਵੇਗੀ। ਦਹਾਈ ਦੇ ਸਥਾਨ ਉੱਤੇ ਕੋਈ ਮੋਤੀ ਨਹੀਂ, ਜਿਸ ਤੋਂ ਭਾਵ 0 ਨੂੰ ਅਸੀਂ ਦਹਾਈ ਦੇ ਅੰਕ 10 ਨਾਲ ਗੁਣਾ ਕਰਾਂਗੇ ਤਾਂ 0 ਆਵੇਗਾ। ਅਤੇ ਸੈਂਕੜੇ ਦੇ ਸਥਾਨ ਉੱਤੇ 4 ਮੋਤੀ ਹਨ, ਜਿਸ ਤੋਂ ਭਾਵ ਹੈ ਕਿ ਅਸੀਂ 4 ਨੂੰ 100 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲੇ ਸੰਖਿਆ 400 ਆ ਜਾਏਗੀ। ਤਾਂ ਇਹਨਾਂ ਸਾਰੀਆਂ ਸੰਖਿਆਵਾਂ ਦੇ ਜੋੜ ਕਰਨ ਤੋਂ ਬਾਅਦ ਸਾਡੇ ਕੋਲੇ 401 ਸੰਖਿਆ ਆਵੇਗੀ। ਇਸ ਲਈ ਸਾਡਾ ਉੱਤਰ ਊੜਾ ਸਹੀ ਹੈ। ਇਸ ਲਈ ਅਸੀਂ ਊੜੇ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 2 ਕਰੰਸੀ ਨੋਟਾਂ ਦੀ ਗਿਣਤੀ ਅਨੁਸਾਰ ਸੰਖਿਆ ਦੱਸੋ। ਦਿੱਤੇ ਅਨੁਸਾਰ ਸਾਡੇ ਕੋਲੇ 100 ਦੇ 2 ਨੋਟ ਹਨ, 10 ਰੁਪਏ ਦੇ 4 ਨੋਟ ਹਨ ਅਤੇ 1 ਰੁਪਏ ਦਾ 1 ਨੋਟ ਹੈ, ਜਿਸ ਤੋਂ ਭਾਵ ਹੈ ਕਿ ਸਾਡੇ ਕੋਲੇ ਕੁੱਲ 241 ਰੁਪਏ ਹਨ। ਇਸ ਲਈ ਸਾਡਾ ਐੜਾ ਵਿਕਲਪ ਬਿਲਕੁਲ ਸਹੀ ਹੈ। ਅਸੀਂ ਐੜੇ ਤੇ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਤੀਜਾ ਪ੍ਰਸ਼ਨ ਸੰਖਿਆ 630 ਕਿਹੜਾ ਗਿਣਤਾਰਾ ਦਿਖਾ ਰਿਹਾ ਹੈ। ਇਹਨਾਂ ਵਿੱਚੋਂ ਜੇ ਅਸੀਂ ਦੇਖਦੇ ਹਾਂ ਤਾਂ ਈੜੀ ਗਿਣਤਾਰਾ 630 ਦਿਖਾ ਰਿਹਾ ਹੈ, ਜਿਸ ਵਿੱਚ ਇਕਾਈ ਦੇ ਸਥਾਨ ਤੇ ਕੋਈ ਮੋਤੀ ਨਹੀਂ ਹੈ। ਇਸ ਲਈ ਸਾਡੇ ਕੋਲੇ ਸੰਖਿਆ 0 ਆਵੇਗੀ। ਦਹਾਈ ਦੇ ਸਥਾਨ ਤੇ 3 ਮੋਤੀ ਹਨ, ਇਸ ਲਈ ਸੰਖਿਆ 30 ਆਵੇਗੀ। ਅਤੇ ਸੈਂਕੜੇ ਦੇ ਸਥਾਨ ਤੇ 6 ਮੋਤੀ ਹਨ, ਜਿਸ ਤੋਂ ਭਾਵ ਹੈ ਸਾਡੇ ਕੋਲੇ ਸੰਖਿਆ 600 ਆਵੇਗੀ। ਇਹਨਾਂ ਸਾਰੀਆਂ ਸੰਖਿਆਵਾਂ ਨੂੰ ਜੋੜ ਕਰਨ ਤੇ ਸਾਡੇ ਕੋਲੇ 630 ਪ੍ਰਾਪਤ ਹੁੰਦਾ ਹੈ। ਇਸ ਲਈ ਈੜੀ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਈੜੀ ਉੱਤੇ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਪ੍ਰਸ਼ਨ ਨੰਬਰ 4 627 ਵਿੱਚ 7 ਕਿਹੜੇ ਸਥਾਨ ਤੇ ਹੈ। ਤਾਂ ਸਾਡਾ ਸਹੀ ਵਿਕਲਪ ਹੈ ਊੜਾ, ਜਿਸ ਵਿੱਚ 7 ਇਕਾਈ ਦੇ ਸਥਾਨ ਤੇ ਹੈ। ਇਸ ਲਈ ਅਸੀਂ ਊੜੇ ਉੱਤੇ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਪ੍ਰਸ਼ਨ ਨੰਬਰ 5 ਕਿਸ ਸੰਖਿਆ ਵਿੱਚ ਲਕੀਰੇ ਗਏ ਅੰਕ ਦਾ ਸਥਾਨਕ ਮੁੱਲ 90 ਹੈ। ਤਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਈੜੀ ਵਿਕਲਪ ਬਿਲਕੁਲ ਸਹੀ ਹੈ, ਜਿਸ ਵਿੱਚ 794 ਸੰਖਿਆ ਵਿੱਚ 9 ਦਾ ਸਥਾਨਕ ਮੁੱਲ 90 ਹੈ। ਇਸ ਲਈ ਈੜੀ ਵਿਕਲਪ ਬਿਲਕੁਲ ਸਹੀ ਹੈ। ਅਸੀਂ ਈੜੀ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 6 ਇੱਕ ਦਹਾਈ ਵਿੱਚ ਕਿੰਨੀਆਂ ਇਕਾਈਆਂ ਹੁੰਦੀਆਂ ਹਨ। ਇਸ ਦਾ ਸਹੀ ਉੱਤਰ ਹੈ 10, ਭਾਵ ਸਾਡਾ ਅੜਾ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਐੜੇ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 7 ਗਿਣਤਾਰੇ ਵਿੱਚ ਪਾਏ ਮੋਤੀਆਂ ਅਨੁਸਾਰ ਸਹੀ ਉੱਤਰ ਦੱਸੋ। ਤਾਂ ਸਾਨੂੰ ਇੱਕ ਗਿਣਤਾਰਾ ਦਿਖਾਈ ਦੇ ਰਿਹਾ ਹੈ, ਜਿਸ ਲਈ ਸਾਨੂੰ 4 ਵਿਕਲਪ ਦਿੱਤੇ ਗਏ ਹਨ। ਪਹਿਲਾਂ ਅਸੀਂ ਊੜਾ ਵਿਕਲਪ ਦੇਖਦੇ ਹਾਂ। ਗਿਣਤਾਰੇ ਵਿੱਚ ਸਾਨੂੰ ਇਕਾਈ ਦੇ ਸਥਾਨ ਤੇ 2 ਮੋਤੀ ਦਿੱਤੇ ਹੋਏ ਹਨ, ਜਿਸ ਤੋਂ ਭਾਵ ਹੈ ਕਿ ਇੱਥੇ ਅੰਕ 2 ਹੈ। ਦਹਾਈ ਦੇ ਸਥਾਨ ਤੇ 4 ਮੋਤੀ ਪਾਏ ਹੋਏ ਹਨ, ਜਿਸ ਤੋਂ ਭਾਵ ਹੈ ਦਹਾਈ ਦੇ ਸਥਾਨ ਤੇ ਅੰਕ 4 ਹੈ। ਅਤੇ ਸੈਂਕੜੇ ਦੇ ਸਥਾਨ ਤੇ 6 ਮੋਤੀ ਹਨ, ਜਿਸ ਤੋਂ ਭਾਵ ਹੈ ਕਿ ਇੱਥੇ ਅੰਕ 6 ਹੈ। ਤਾਂ ਇਸ ਲਈ ਸਾਡਾ ਊੜਾ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਊੜੇ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 8 7 ਸੈਂਕੜੇ ਬਰਾਬਰ ਹੈ ਡੈਸ਼ ਦਹਾਈਆਂ। ਤਾਂ 7 ਸੈਂਕੜੇ 70 ਦਹਾਈਆਂ ਦੇ ਬਰਾਬਰ ਹੁੰਦੇ ਹਨ। ਇਸ ਲਈ ਅਸੀਂ ਐੜਾ ਵਿਕਲਪ 70 ਨੂੰ ਚੁਣਾਂਗੇ ਅਤੇ ਇਸ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਹੇਠਾਂ ਦਿੱਤਿਆਂ ਵਿੱਚੋਂ ਸੰਖਿਆ 432 ਦੇ ਬਰਾਬਰ ਦੇ ਨੋਟ ਕਿਹੜੇ ਹੋਣਗੇ। ਤਾਂ ਅਸੀਂ ਸਾਰੇ ਵਿਕਲਪ ਦੇਖਦੇ ਹਾਂ। ਊੜਾ ਵਿਕਲਪ, ਜਿਸ ਵਿੱਚ ਸਾਨੂੰ 100 ਦੇ 4 ਨੋਟ ਦਿੱਤੇ ਗਏ ਹਨ, 10 ਰੁਪਏ ਦੇ 3 ਨੋਟ ਦਿੱਤੇ ਗਏ ਹਨ ਅਤੇ 1-1 ਰੁਪਏ ਦੇ 2 ਨੋਟ ਦਿੱਤੇ ਗਏ ਹਨ। ਇਸ ਲਈ ਸਾਡਾ ਊੜਾ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਊੜੇ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ।
ਪ੍ਰਸ਼ਨ ਨੰਬਰ 10 ਨੰਬਰ ਵਿੱਚ 7 ਦਹਾਈਆਂ ਨਹੀਂ ਹਨ, ਉਸ ਉੱਤੇ ਸਹੀ ਦਾ ਨਿਸ਼ਾਨ ਲਗਾਓ। ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਈੜੀ ਵਿਕਲਪ, ਜਿਸ ਵਿੱਚ ਸਾਨੂੰ ਸੰਖਿਆ 27 ਦਿੱਤਾ ਹੋਇਆ ਹੈ, ਵਿੱਚ 7 ਦਹਾਈ ਦੇ ਸਥਾਨ ਉੱਤੇ ਨਹੀਂ ਹੈ। ਇਸ ਲਈ ਅਸੀਂ ਈੜੀ ਵਿਕਲਪ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 11 ਨਵਜੀਤ, ਸੁਰਿੰਦਰ, ਰਣਜੀਤ ਅਤੇ ਕਮਲਜੀਤ ਦੇ ਘਰ ਇੱਕ ਦੂਜੇ ਦੇ ਘਰ ਦੇ ਨਾਲ ਹਨ। ਸੁਰਿੰਦਰ ਦੇ ਘਰ ਦਾ ਨੰਬਰ ਦੱਸੋ। ਤਾਂ ਅਸੀਂ ਦੇਖਦੇ ਹਾਂ ਕਿ ਨਵਜੀਤ ਦੇ ਘਰ ਦਾ ਨੰਬਰ ਹੈ 848। ਸੁਰਿੰਦਰ ਦੇ ਘਰ ਦਾ ਨੰਬਰ ਅਸੀਂ ਪਤਾ ਕਰਨਾ ਹੈ। ਰਣਜੀਤ ਦੇ ਘਰ ਦਾ ਨੰਬਰ ਹੈ 850। ਤਾਂ 848 ਅਤੇ 850 ਦੇ ਵਿਚਕਾਰ ਜਿਹੜੀ ਸੰਖਿਆ ਆਉਂਦੀ ਹੈ ਉਹ ਹੈ 849। ਇਸ ਲਈ ਅਸੀਂ ਐੜਾ ਵਿਕਲਪ ਚੁਣਾਂਗੇ ਅਤੇ ਇਸ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 12 ਮੈਂ ਇੱਕ ਸੈਂਕੜਾ ਪਲੱਸ ਅਰਧ ਸੈਂਕੜਾ ਦੇ ਬਰਾਬਰ ਹਾਂ, ਤਾਂ ਮੇਰੀ ਸੰਖਿਆ ਦੱਸੋ। ਇਸ ਲਈ ਸਾਡੇ ਕੋਲੇ ਐੜਾ ਵਿਕਲਪ ਬਿਲਕੁਲ ਸਹੀ ਹੈ, ਜਿਸ ਦਾ ਆਨਸਰ ਹੈ 150। ਭਾਵ ਇਸ ਵਿੱਚ ਇੱਕ ਸੈਂਕੜਾ ਹੈ ਅਤੇ 50 ਜੋ ਸੰਖਿਆ ਹੈ ਉਸ ਦਾ ਅਰਧ ਸੈਂਕੜਾ ਬਣਦਾ ਹੈ। ਇਸ ਲਈ ਅਸੀਂ ਐੜਾ ਵਿਕਲਪ ਨੂੰ ਚੁਣਾਂਗੇ। ਪ੍ਰਸ਼ਨ ਨੰਬਰ 13 ਮੈਂ 40 ਅਤੇ 50 ਦੇ ਵਿੱਚ ਆਉਂਦਾ ਹਾਂ, ਮੈਨੂੰ ਲਿਖਣ ਲਈ 1 5 ਆਉਂਦਾ ਹੈ। ਤਾਂ ਬੱਚਿਓ, ਸਾਡੇ ਕੋਲੇ 40 ਅਤੇ 50 ਦੇ ਵਿਚਕਾਰ ਜਿਹੜੀ ਸੰਖਿਆ ਆਉਂਦੀ ਹੈ ਉਹ ਹੈ 45। ਇਸ ਲਈ ਅਸੀਂ ਸੱਸਾ ਵਿਕਲਪ ਚੁਣਾਂਗੇ। ਪ੍ਰਸ਼ਨ ਨੰਬਰ 14 ਕਾਰਡ ਨੂੰ ਦੇਖ ਕੇ ਸੰਖਿਆ ਦੱਸੋ। ਹੇਠਾਂ ਦਿੱਤੇ ਕਾਰਡਾਂ ਨੂੰ ਦੇਖ ਕੇ ਅਸੀਂ ਸੰਖਿਆ ਨੋਟ ਕਰਾਂਗੇ ਤਾਂ ਕਿੰਨੀ ਆਉਂਦੀ ਹੈ ਦੇਖੀਏ। ਸਾਡੇ ਕੋਲੇ 100 ਦੇ 5 ਕਾਰਡ ਹਨ ਅਤੇ 10 ਦਾ 1 ਕਾਰਡ ਹੈ ਅਤੇ 1 ਦੇ 8 ਕਾਰਡ ਹਨ। ਇਸ ਲਈ ਸਾਡੇ ਕੋਲੇ ਸੰਖਿਆ ਬਣਦੀ ਹੈ 518। ਇਸ ਲਈ ਅਸੀਂ ਸੱਸਾ ਵਿਕਲਪ ਚੁਣਾਂਗੇ ਅਤੇ ਇਸ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਰਸਲੀਨ ਨੇ ਗਿਣਤੀ 10। ਪ੍ਰਸ਼ਨ ਨੰਬਰ 16 ਕਰਨ ਆਪਣੇ ਲਈ ਪੈਂਟ ਖਰੀਦਣ ਬਾਜ਼ਾਰ ਗਿਆ। ਦੁਕਾਨਦਾਰ ਨੇ ਉਸਨੂੰ ਵੱਖ-ਵੱਖ ਮੁੱਲ ਦੀਆਂ ਪੈਂਟਾਂ ਦਿਖਾਈਆਂ। ਉਹ ਸਭ ਤੋਂ ਵੱਧ ਮੁੱਲ ਵਾਲੀ ਪੈਂਟ ਖਰੀਦਣਾ ਚਾਹੁੰਦਾ ਹੈ। ਉਹ ਕਿਹੜੀ ਪੈਂਟ ਖਰੀਦੇਗਾ। ਸਾਡੇ ਕੋਲੇ ਊੜਾ ਵਿਕਲਪ ਹੈ, ਜਿਸ ਵਿੱਚ ਪੈਂਟ ਦੀ ਕੀਮਤ 990 ਰੁਪਏ ਹੈ। ਐੜਾ ਵਿਕਲਪ ਵਿੱਚ ਪੈਂਟ ਦੀ ਕੀਮਤ 850 ਰੁਪਏ ਹੈ। ਈੜੀ ਵਿਕਲਪ ਵਿੱਚ ਪੈਂਟ ਦੀ ਕੀਮਤ 500 ਰੁਪਏ ਹੈ ਅਤੇ ਸੱਸਾ ਵਿਕਲਪ ਵਿੱਚ ਪੈਂਟ ਦੀ ਕੀਮਤ 900 ਰੁਪਏ ਹੈ। ਇਹਨਾਂ ਸਾਰੇ ਵਿਕਲਪਾਂ ਵਿੱਚੋਂ ਊੜਾ ਵਿਕਲਪ ਸਹੀ ਹੈ, ਜਿਸ ਵਿੱਚ ਸੰਖਿਆ 990 ਸਭ ਤੋਂ ਵੱਡੀ ਹੈ। ਭਾਵ 990 ਰੁਪਏ ਵਾਲੀ ਪੈਂਟ ਸਭ ਤੋਂ ਵੱਧ ਮਹਿੰਗੀ ਹੈ। ਇਸ ਲਈ ਅਸੀਂ ਊੜੇ ਨੂੰ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 17 ਦਿੱਤੇ ਕਾਰਡਾਂ ਨਾਲ ਕਿਹੜੀਆਂ ਸੰਖਿਆਵਾਂ ਬਣਨਗੀਆਂ। ਸਾਡੇ ਕੋਲੇ 3 ਕਾਰਡ ਦਿੱਤੇ ਗਏ ਹਨ, ਜਿਨ੍ਹਾਂ ਉੱਤੇ ਅੰਕ ਲਿਖੇ ਗਏ ਹਨ 4, 6 ਅਤੇ 7। ਅਸੀਂ ਇਹਨਾਂ ਅੰਕਾਂ ਤੋਂ ਹੇਠ ਲਿਖੀਆਂ ਸੰਖਿਆਵਾਂ ਬਣਾ ਸਕਦੇ ਹਾਂ 467, 476, 674, 764, 746 ਅਤੇ 647। ਇਸ ਲਈ ਸਾਡੇ ਕੋਲੇ ਐੜਾ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਐੜੇ ਨੂੰ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 18 ਹਰਜੋਤ, ਤਨੀਸ਼ਾ, ਬਲਵਿੰਦਰ ਅਤੇ ਸੁਮਨ ਕ੍ਰਿਕਟ ਖੇਡ ਰਹੇ ਸਨ ਅਤੇ ਉਹਨਾਂ ਨੇ ਕ੍ਰਮਵਾਰ 23, 127, 50 ਅਤੇ 145 ਦੌੜਾਂ ਬਣਾਈਆਂ। ਇਹਨਾਂ ਦੌੜਾਂ ਨੂੰ ਘਟਦੇ ਕ੍ਰਮ ਵਿੱਚ ਲਗਾਓ। ਤਾਂ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਸਭ ਤੋਂ ਵੱਡੀ ਸੰਖਿਆ ਹੈ 145। ਇਸ ਲਈ ਇਹ ਪਹਿਲੇ ਨੰਬਰ 'ਤੇ ਆਵੇਗੀ। ਉਸ ਤੋਂ ਬਾਅਦ ਹੈ 127, ਇਹ ਦੂਜੇ ਨੰਬਰ 'ਤੇ ਆਵੇਗੀ। ਉਸ ਤੋਂ ਬਾਅਦ ਸੰਖਿਆ ਆਉਂਦੀ ਹੈ 50, ਇਹ ਤੀਜੇ ਨੰਬਰ 'ਤੇ ਆਵੇਗੀ ਅਤੇ ਸਭ ਤੋਂ ਛੋਟੀ ਸੰਖਿਆ ਹੈ 23, ਇਹ ਚੌਥੇ ਨੰਬਰ 'ਤੇ ਆਵੇਗੀ। ਇਸ ਲਈ ਸਾਡੇ ਕੋਲੇ ਜਿਹੜਾ ਵਿਕਲਪ ਹੈ ਊੜਾ ਉਹ ਸਹੀ ਹੈ। ਇਸ 'ਤੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਪ੍ਰਸ਼ਨ ਨੰਬਰ 19 ਤੀਲੀਆਂ ਦੀ ਸਹੀ ਗਿਣਤੀ ਦੱਸੋ। ਸਾਡੇ ਕੋਲੇ ਨੀਲੇ ਰੰਗ ਦੇ ਬੰਡਲ ਵਿੱਚ 100 ਤੀਲੀਆਂ ਹਨ, ਹਰੇ ਰੰਗ ਦੇ ਬੰਡਲ ਵਿੱਚ 10-10 ਤੀਲੀਆਂ ਹਨ ਅਤੇ ਪੀਲੇ ਰੰਗ ਦਾ ਬੰਡਲ ਇੱਕ ਤੀਲੀ ਨੂੰ ਦਰਸਾ ਰਿਹਾ ਹੈ। ਇਸ ਲਈ ਅਸੀਂ ਇਹਨਾਂ ਸਾਰਿਆਂ ਦਾ ਜੋੜ ਕਰਨ 'ਤੇ ਦੇਖਾਂਗੇ ਕਿ ਸਾਡੇ ਕੋਲੇ ਊੜਾ ਵਿਕਲਪ ਬਿਲਕੁਲ ਸਹੀ ਉੱਤਰ ਹੈ। ਇਹਨਾਂ ਸਾਰਿਆਂ ਨੂੰ ਜੋੜ ਕਰਨ 'ਤੇ ਸਾਡੇ ਕੋਲੇ ਸੰਖਿਆ 325 ਆਉਂਦੀ ਹੈ। ਇਸ ਲਈ ਅਸੀਂ ਊੜਾ ਵਿਕਲਪ ਨੂੰ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 20 ਇਹ ਕਿੰਨੇ ਡੱਬੇ ਹਨ। ਸਾਡੇ ਕੋਲੇ ਦਿਖਾਏ ਅਨੁਸਾਰ 100 ਦੇ 2 ਅਤੇ 10 ਦੇ 2 ਅਤੇ 1 ਦਾ 1 ਡੱਬਾ ਹੈ। ਤਾਂ ਇਹਨਾਂ ਸਾਰਿਆਂ ਨੂੰ ਜੋੜ ਕਰਨ 'ਤੇ ਸਾਡੇ ਕੋਲੇ ਸੰਖਿਆ ਆਵੇਗੀ 221।
ਇਸ ਲਈ ਸਾਡਾ ਸਹੀ ਵਿਕਲਪ ਹੈ ਈਡੀ। ਇਸ ਤੇ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 21, ਅਵਨੀਤ ਦੇ ਘਰ ਦਾ ਨੰਬਰ 859 ਹੈ। ਅਵਨੀਤ ਦਾ ਘਰ ਲੱਭੋ। ਤਾਂ ਇਸ ਦਾ ਉੱਤਰ ਹੈ ਈਡੀ, ਜਿਸ ਵਿੱਚ ਈਡੀ ਵਿਕਲਪ 859 ਸੰਖਿਆ ਦਰਸਾ ਰਿਹਾ ਹੈ। ਇਸ ਲਈ ਅਸੀਂ ਈਡੀ ਨੂੰ ਸਹੀ ਦਾ ਨਿਸ਼ਾਨ ਲਗਾਵਾਂਗੇ। ਪ੍ਰਸ਼ਨ ਨੰਬਰ 22, ਹੇਠਾਂ ਦਿੱਤੇ ਘਰ ਦੇ ਨੰਬਰਾਂ ਨੂੰ ਵਾਧੇ ਕ੍ਰਮ ਵਿੱਚ ਲਗਾਉਂਦੇ ਸਮੇਂ ਤੀਜੇ ਨੰਬਰ ਤੇ ਕਿਸ ਦਾ ਘਰ ਆਵੇਗਾ? ਤਾਂ ਅਸੀਂ ਦੇਖਦੇ ਹਾਂ ਕਿ ਪ੍ਰਭਲੀਨ ਦੇ ਘਰ ਦੀ ਸੰਖਿਆ 801 ਹੈ, ਹਰਲੀਨ ਦੇ ਘਰ ਦੀ ਸੰਖਿਆ 295 ਹੈ, ਗੁਰਪ੍ਰੀਤ ਦੇ ਘਰ ਦੀ ਸੰਖਿਆ 500 ਹੈ ਅਤੇ ਮੀਨੂ ਦੇ ਘਰ ਦੀ ਸੰਖਿਆ 810 ਹੈ। ਇਹਨਾਂ ਸਾਰੀਆਂ ਸੰਖਿਆਵਾਂ ਵਿੱਚੋਂ ਮੀਨੂ ਦਾ ਘਰ ਪਹਿਲੇ ਨੰਬਰ ਤੇ ਆਵੇਗਾ, ਭਾਵ 810 ਸਭ ਤੋਂ ਪਹਿਲੇ ਨੰਬਰ ਤੇ ਆਵੇਗੀ। ਉਸ ਤੋਂ ਬਾਅਦ ਪ੍ਰਭਲੀਨ ਦਾ ਘਰ 801 ਸੰਖਿਆ ਨਾਲ ਦੂਜੇ ਨੰਬਰ ਤੇ ਆਵੇਗਾ ਅਤੇ ਤੀਜੇ ਨੰਬਰ ਤੇ ਗੁਰਪ੍ਰੀਤ ਦਾ ਘਰ 500 ਸੰਖਿਆ ਦੇ ਨਾਲ ਆਵੇਗਾ। ਇਸ ਲਈ ਸਾਡੇ ਕੋਲੇ ਈਡੀ ਵਿਕਲਪ ਬਿਲਕੁਲ ਸਹੀ ਹੈ। ਅਸੀਂ ਇਸ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 23, ਚਿੱਤਰ ਵਿੱਚ ਵੱਖ-ਵੱਖ ਵਸਤੂਆਂ ਦੀਆਂ ਕੀਮਤਾਂ ਨੂੰ ਦਰਸਾਇਆ ਗਿਆ ਹੈ। ਦਰਸਾਈਆਂ ਗਈਆਂ ਕੀਮਤਾਂ ਵਿੱਚ ਸਭ ਤੋਂ ਘੱਟ ਕੀਮਤ ਕਿਸ ਵਸਤੂ ਦੀ ਹੈ? ਤਾਂ ਅਸੀਂ ਦੇਖਦੇ ਹਾਂ 125 ਰੁਪਏ ਦੀ ਕਾਰ ਹੈ, 910 ਰੁਪਏ ਦਾ ਪੱਖਾ ਹੈ, 37 ਰੁਪਏ ਦਾ ਸਾਬਣ ਹੈ ਅਤੇ 330 ਰੁਪਏ ਦਾ ਕਮੀਜ਼ ਹੈ। ਤਾਂ ਅਸੀਂ ਦੇਖਦੇ ਹਾਂ ਕਿ 37 ਸਭ ਤੋਂ ਛੋਟੀ ਸੰਖਿਆ ਹੈ ਜੋ ਕਿ ਸਾਬਣ ਦੀ ਹੈ। ਇਸ ਲਈ ਸਾਡੇ ਕੋਲੇ ਈਡੀ ਵਿਕਲਪ ਬਿਲਕੁਲ ਸਹੀ ਹੈ। ਅਸੀਂ ਈਡੀ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਸੋਚੋ, ਸਮਝੋ ਅਤੇ ਪੂਰਾ ਕਰੋ। ਪ੍ਰਸ਼ਨ ਨੰਬਰ 24, ਜਿਸ ਵਿੱਚ ਸਾਨੂੰ ਸੰਖਿਆ ਦਿੱਤੀ ਹੋਈ ਹੈ 50, 100, 150 ਅਤੇ ਪਿੱਛੇ 3 ਖਾਲੀ ਡੱਬੇ ਦਿੱਤੇ ਗਏ ਹਨ। ਇਹਨਾਂ ਵਿੱਚ ਕਿਹੜੀ ਸੰਖਿਆ ਭਰਾਂਗੇ? ਤਾਂ ਇਹਨਾਂ ਵਿੱਚ ਅਸੀਂ ਸੰਖਿਆ ਭਰਾਂਗੇ ਸੱਸਾ, ਜਿਸ ਵਿੱਚ ਦਿੱਤਾ ਗਿਆ ਹੈ 200, 250 ਅਤੇ 300। ਭਾਵ 50 ਤੋਂ ਬਾਅਦ ਜਿਵੇਂ 100 ਆਉਂਦਾ ਹੈ, ਉਸ ਤੋਂ ਬਾਅਦ 150 ਆਇਆ ਹੈ, ਉਸ ਤੋਂ ਬਾਅਦ 50 ਦੇ ਵਿੱਚ 50 ਜੋੜਾਂਗੇ ਤਾਂ 200 ਆ ਜਾਏਗਾ, 200 ਵਿੱਚ 50 ਜੋੜਾਂਗੇ 250 ਆ ਜਾਏਗਾ ਅਤੇ 250 ਵਿੱਚ 50 ਜੋੜਾਂਗੇ ਤਾਂ ਸਾਡੇ ਕੋਲੇ 300 ਆ ਜਾਏਗਾ। ਇਸ ਲਈ ਸਾਡੇ ਕੋਲੇ ਸੱਸਾ ਵਿਕਲਪ ਬਿਲਕੁਲ ਸਹੀ ਹੈ। ਇਸ ਨੂੰ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ। ਉਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 25, ਸੁਮਨ ਦੁਆਰਾ ਬਾਜ਼ਾਰ ਵਿੱਚੋਂ ਖਰੀਦੀਆਂ ਕੁਝ ਵਸਤੂਆਂ ਦੇ ਮੁੱਲਾਂ ਨੂੰ ਹੇਠਾਂ ਦਰਸਾਇਆ ਗਿਆ ਹੈ। ਟੈਡੀ ਬੀਅਰ 224 ਰੁਪਏ, ਕਾਰ 120 ਰੁਪਏ, ਬਸਤਾ 425 ਰੁਪਏ ਅਤੇ ਕੁਰਸੀ 830 ਰੁਪਏ। ਦਰਸਾਏ ਗਏ ਵਸਤੂਆਂ ਦੇ ਮੁੱਲ ਨੂੰ ਵਾਧੇ ਕ੍ਰਮ ਵਿੱਚ ਲਗਾਓ। ਤਾਂ ਸਭ ਤੋਂ ਪਹਿਲਾਂ ਸਭ ਤੋਂ ਮਹਿੰਗੀ ਹੈ ਕੁਰਸੀ, ਉਸ ਤੋਂ ਬਾਅਦ ਆਉਂਦਾ ਹੈ ਬਸਤਾ, ਫਿਰ ਆਉਂਦਾ ਹੈ ਖਿਡੌਣਾ, ਉਸ ਤੋਂ ਬਾਅਦ ਆਉਂਦੀ ਹੈ ਕਾਰ। ਇਸ ਲਈ ਸਾਡੇ ਕੋਲੇ ਈਡੀ ਵਿਕਲਪ ਬਿਲਕੁਲ ਸਹੀ ਹੈ। ਇਸ ਲਈ ਅਸੀਂ ਈਡੀ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ।